हेलो स्टूडेंट्स, प्रोसैस कॉस्टिंग ਦੇ ਵਿੱਚ ਜੋ ਅੱਜ ਆਪਾਂ ਡਿਸਕਸ ਕਰਨਾ ਟੌਪਿਕ ਉਹ ਸੀਗਾ ਵਰਕ ਇਨ ਪ੍ਰੋਗਰੈਸ ਦੀ ਕੈਲਕੂਲੇਸ਼ਨ। ਜਦੋਂ ਤੁਹਾਨੂੰ ਓਪਨਿੰਗ ਤੇ ਕਲੋਜ਼ਿੰਗ ਦੋਨੋਂ ਵਰਕ ਇਨ ਪ੍ਰੋਗਰੈਸ ਦਿੱਤੇ ਹੋਣ ਤੇ ਨਾਲ ਪ੍ਰੋਸੈਸ ਲੌਸਿਸ ਵੀ ਦਿੱਤੇ ਹੋਣ। ਹੁਣ ਤੱਕ ਆਪਾਂ ਅਲੱਗ-ਅਲੱਗ ਪਾਰਟਸ ਦੇ ਵਿੱਚ ਇਹਨੂੰ ਕੀਤਾ ਹੈ ਕਿ ਸਿਰਫ ਤੁਹਾਨੂੰ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦਿੱਤਾ ਹੈ ਜਾਂ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਨਾਲ ਪ੍ਰੋਸੈਸ ਲੌਸਿਸ ਦਿੱਤੇ ਹੋਣ, ਜਾਂ ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਓਪਨਿੰਗ ਤੇ ਕਲੋਜ਼ਿੰਗ ਦੋਨੋਂ ਵਰਕ ਇਨ ਪ੍ਰੋਗਰੈਸ ਦਿੱਤੇ ਹੋਣ। ਜੋ ਅੱਜ ਆਪਾਂ ਡਿਸਕਸ ਕਰਨਾ ਉਹ ਹੈ ਓਪਨਿੰਗ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਨਾਲ ਤੁਹਾਨੂੰ ਪ੍ਰੋਸੈਸ ਲੌਸਿਸ ਵੀ ਦਿੱਤੇ ਹੋਣ। ਤਾਂ ਹੁਣ ਇਸ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਟੋਟਲ ਇਨਪੁਟ ਕਿੰਨਾ ਹੈ ਤੇ ਉਹਦੇ ਵਿੱਚੋਂ ਆਪਾਂ ਨਾਰਮਲ ਤੇ ਅਬਨੋਰਮਲ ਦੋਨੋਂ ਲੌਸਿਸ ਦੀ ਐਡਜਸਟਮੈਂਟ ਵੀ ਕਰਾਂਗੇ ਤੇ ਨਾਲ ਓਪਨਿੰਗ ਤੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੀ ਵੀ ਕੈਲਕੂਲੇਸ਼ਨ ਕਰਾਂਗੇ। ਤਾਂ ਹੁਣ ਇਹਦੇ ਵਿੱਚ ਨਾਲ ਹੀ ਜਿਹੜੇ ਉਹ ਮੈਥਡਸ ਆਪਾਂ ਪਿਛਲੇ ਲੈਕਚਰ ਦੇ ਵਿੱਚ ਡਿਸਕਸ ਕੀਤੇ ਹੈ, ਐਵਰੇਜ ਮੈਥਡ, ਫੀਫੋ ਮੈਥਡ, ਲੀਫੋ ਮੈਥਡ, ਵੇਟਡ ਐਵਰੇਜ ਮੈਥਡ, ਉਹ ਵੀ ਆਪਾਂ ਉੱਥੇ ਇਹਦੇ ਵਿੱਚ ਲਗਾਵਾਂਗੇ ਨਾਲ। ਤਾਂ ਆਪਾਂ ਇਸ ਚੀਜ਼ ਨੂੰ ਇੱਕ ਇਲਸਟ੍ਰੇਸ਼ਨ ਦੇ ਨਾਲ ਕਰਾਂਗੇ। ਆਪਣੇ ਕੋਲ ਕੁਝ ਇਨਫੋਰਮੇਸ਼ਨ ਦਿੱਤੀ ਹੈ ਜਿਹਦੇ ਵਿੱਚ ਕਹਿੰਦੇ ਕਿ from the following information for March 2015 prepare process cost account for process 2। ਸਿਰਫ ਆਪਾਂ ਪ੍ਰੋਸੈਸ 2 ਦਾ ਅਕਾਊਂਟ ਬਣਾਉਣਾ ਹੈ ਤੇ ਮਤਲਬ ਵੈਸੇ ਤਾਂ 3 ਪ੍ਰੋਸੈਸਿਸ ਨੇ ਪਰ ਆਪਾਂ ਨੂੰ ਸਿਰਫ ਉਹਨਾਂ ਨੇ ਪ੍ਰੋਸੈਸ 2 ਬਣਾਉਣ ਨੂੰ ਕਿਹਾ। ਆਪਾਂ ਨੂੰ ਕਾਫੀ ਸਾਰੀ ਇਨਫੋਰਮੇਸ਼ਨ ਜਿਹਦੇ ਚ ਓਪਨਿੰਗ ਸਟਾਕ ਦੇ ਰੱਖਿਆ ਵਰਕ ਇਨ ਪ੍ਰੋਗਰੈਸ ਦਾ 600 ਯੂਨਿਟਸ ਐਟ 1050 600 ਯੂਨਿਟਸ ਹੈ ਓਪਨਿੰਗ ਵਰਕ ਇਨ ਪ੍ਰੋਗਰੈਸ, ਜਿਨ੍ਹਾਂ ਦੀ ਵੈਲਿਊ 1050 ਹੈ। ਉਹਨਾਂ ਦੀ ਡਿਗਰੀ ਆਫ ਕੰਪਲੀਸ਼ਨ ਦਿੱਤੀ ਹੋਈ ਹੈ, ਮਟੀਰੀਅਲ 80%, ਲੇਬਰ 60%, ਓਵਰਹੈਡ 60%। ਟ੍ਰਾਂਸਫਰ ਫਰੋਮ ਪ੍ਰੋਸੈਸ 1 11,000 ਯੂਨਿਟਸ। ਹੁਣ ਕਿਉਂਕਿ ਪ੍ਰੋਸੈਸ 2 ਬਣਾਉਣਾ ਤਾਂ ਉਹਨਾਂ ਨੇ ਜ਼ਿਆਦਾ ਇਨਫੋਰਮੇਸ਼ਨ ਪ੍ਰੋਸੈਸ 2 ਬਾਰੇ ਦਿੱਤੀ ਹੈ। ਕਹਿੰਦੇ ਪ੍ਰੋਸੈਸ 1 ਤੋਂ 11,000 ਯੂਨਿਟਸ ਟ੍ਰਾਂਸਫਰ ਹੋ ਕੇ ਆਈਆਂ ਜਿਨ੍ਹਾਂ ਦੀ ਵਰਥ 5500 ਹੈ। ਮਤਲਬ ਇਹ ਪ੍ਰੋਸੈਸ 1 ਦਾ ਜਿਹੜਾ ਦੀ ਫਿਨਿਸ਼ਡ ਪ੍ਰੋਡਕਟ ਹੋਏਗਾ ਜੋ ਕਿ ਪ੍ਰੋਸੈਸ 2 ਲਈ ਇਨਪੁਟ ਦਾ ਕੰਮ ਕਰੇਗਾ। ਟ੍ਰਾਂਸਫਰ ਟੂ ਪ੍ਰੋਸੈਸ 3 8800 ਯੂਨਿਟਸ। ਪ੍ਰੋਸੈਸ 2 ਤੋਂ ਤਿਆਰ ਹੋ ਕੇ 8800 ਯੂਨਿਟਸ ਪ੍ਰੋਸੈਸ 3 ਨੂੰ ਟ੍ਰਾਂਸਫਰ ਹੁੰਦੀਆਂ। ਹੁਣ ਦੇਖੋ ਆਪਾਂ ਨੂੰ ਉਹਨਾਂ ਨੇ ਫੀਫੋ ਮੈਥਡ ਲਗਾਉਣ ਲਈ ਕਿਹਾ ਹੈ, ਤਾਂ ਜੇ 8800 ਯੂਨਿਟਸ ਪ੍ਰੋਸੈਸ 3 ਨੂੰ ਟ੍ਰਾਂਸਫਰ ਹੋ ਰਹੀਆਂ ਤਾਂ ਉਹ 8800 ਕਿਹੜੀਆਂ? ਓਪਨਿੰਗ 600 ਪਹਿਲਾਂ ਤਿਆਰ ਹੋ ਜਾਣਗੀਆਂ ਤੇ 8200 ਇਸ ਮੰਥ ਦੇ ਵਿੱਚ ਜਾਂ ਇਸ ਟਾਈਮ ਪੀਰੀਅਡ ਦੇ ਵਿੱਚ ਤਿਆਰ ਹੋਣਗੀਆਂ। ਤਾਂ ਮਤਲਬ 8800 ਦੇ ਆਪਾਂ ਦੋ ਪਾਰਟਸ ਕਰ ਲਾਂਗੇ, 600 ਫਰੋਮ ਓਪਨਿੰਗ ਸਟਾਕ ਐਂਡ 8200 ਫਰੋਮ ਫਰੈਸ਼ ਇਨਪੁਟ। ਤਾਂ ਜਿਹੜਾ ਉਹ 600 ਯੂਨਿਟ ਉਹ ਪੁਰਾਣੇ ਵਾਲੇ ਉਹ ਜਿੰਨਾ ਉਹਨਾਂ ਦਾ ਕੰਪਲੀਟ ਨਹੀਂ ਹੋਇਆ ਉਹ ਇਸ ਵਾਰ ਕੰਪਲੀਟ ਕਰਕੇ ਆਪਾਂ ਉਹਨਾਂ ਨੂੰ ਇਕੁਇਵਲੈਂਟ ਯੂਨਿਟਸ ਦੇ ਵਿੱਚ ਕਨਵਰਟ ਕਰ ਲਾਂਗੇ। ਇਸ ਤੋਂ ਇਲਾਵਾ ਡਾਇਰੈਕਟ ਮਟੀਰੀਅਲ ਐਡਿਡ ਇਨ ਪ੍ਰੋਸੈਸ 2 ਦਿੱਤਾ ਹੋਇਆ 2410 ਦਾ, ਡਾਇਰੈਕਟ ਲੇਬਰ ਦਿੱਤੀ ਹੋਈ ਹੈ 7155, ਪ੍ਰੋਡਕਸ਼ਨ ਓਵਰਹੈਡ ਦੇ ਰੱਖੇ ਹੈ। ਯੂਨਿਟਸ ਸਕ੍ਰੈਪਡ 1200 ਯੂਨਿਟਸ ਜਿਹੜੀਆਂ ਉਹ ਸਕ੍ਰੈਪ ਹੋਈਆਂ, ਉਹਨਾਂ ਦੇ ਵੀ ਕੰਪਲੀਸ਼ਨ ਦੀ ਪਰਸੈਂਟੇਜ ਦਿੱਤੀ ਹੋਈ ਹੈ ਆਪਾਂ ਨੂੰ। ਇਸ ਤੋਂ ਇਲਾਵਾ ਕਲੋਜ਼ਿੰਗ ਸਟਾਕ ਦੇ ਰੱਖਿਆ 1600 ਯੂਨਿਟਸ, ਉਹਨਾਂ ਦੀ ਵੀ ਡਿਗਰੀ ਆਫ ਕੰਪਲੀਸ਼ਨ ਦਿੱਤੀ ਹੋਈ ਹੈ ਤੇ ਨਾਲ ਹੀ ਕਿਹਾ ਕਿ ਨਾਰਮਲ ਲਾਸ ਹੁੰਦਾ 10% ਆਫ ਪ੍ਰੋਡਕਸ਼ਨ, ਜਿੰਨੀ ਪ੍ਰੋਡਕਸ਼ਨ ਹੋਈ ਹੈ ਉਹਦਾ 10% ਨਾਰਮਲ ਲਾਸ ਹੁੰਦਾ। ਤੇ ਜਿਹੜੀਆਂ ਯੂਨਿਟ ਸਕ੍ਰੈਪਡ ਨੇ ਭਾਵੇਂ ਨਾਰਮਲ ਹੈ ਜਾਂ ਅਬਨੋਰਮਲ ਹੈ, 50 ਪੈਸੇ ਪਰ ਯੂਨਿਟ ਨਾਲ ਰਿਲਾਈਜ਼ ਹੁੰਦੀਆਂ। ਤਾਂ ਇਹਨਾਂ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਆਪਾਂ ਪ੍ਰੋਸੈਸ 2 ਬਣਾਉਣਾ ਹੈ। ਤਾਂ ਪ੍ਰੋਸੈਸ 2 ਨੂੰ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਇਕੁਇਵਲੈਂਟ ਪ੍ਰੋਡਕਸ਼ਨ ਕੈਲਕੂਲੇਟ ਕਰਨੀ ਹੋਏਗੀ, ਸਟੇਟਮੈਂਟ ਵੈਲੂਏਸ਼ਨ ਬਣਾਉਣਾ ਹੋਏਗਾ। ਤਾਂ ਦੇਖੋ ਇਕੁਇਵਲੈਂਟ ਪ੍ਰੋਡਕਸ਼ਨ ਕਿਵੇਂ ਕੈਲਕੂਲੇਟ ਹੋਊਗੀ। ਤਾਂ ਓਪਨਿੰਗ ਵਰਕ ਇਨ ਪ੍ਰੋਗਰੈਸ 600 ਯੂਨਿਟਸ ਹੈ ਤੇ ਨਾਲ ਹੀ ਪ੍ਰੋਸੈਸ 1 ਤੋਂ ਜਿਹੜਾ ਮਟੀਰੀਅਲ ਆਇਆ ਹੈ, ਮਤਲਬ ਜੋ ਪ੍ਰੋਸੈਸ 1 ਦੇ ਫਿਨਿਸ਼ ਪ੍ਰੋਡਕਟ ਹੈ, ਪ੍ਰੋਸੈਸ 2 ਲਈ ਇਨਪੁਟ ਦਾ ਕੰਮ ਕਰਨਗੇ 11,000 ਇਹ ਨੇ। ਤਾਂ ਪ੍ਰੋਸੈਸ 2 ਦੇ ਵਿੱਚ ਟੋਟਲ ਜਿਹੜੀ ਇਨਪੁਟ ਹੈ ਉਹ ਹੈ 11,600 ਯੂਨਿਟਸ ਦੀ। ਤਾਂ ਹੁਣ ਇਹਦੀ ਦੇਖੋ ਕਿਸ ਤਰ੍ਹਾਂ ਸਪਲਿਟ ਹੋਏਗਾ ਅਲੱਗ-ਅਲੱਗ ਪਾਰਟਸ ਦੇ ਵਿੱਚ। ਤਾਂ ਦੇਖੋ 8800 ਦੀ ਆਊਟਪੁੱਟ ਟ੍ਰਾਂਸਫਰ ਕਰਨੀ ਹੈ ਆਪਾਂ ਨੈਕਸਟ ਪ੍ਰੋਸੈਸ ਨੂੰ। ਤਾਂ ਉਹ 8800 ਦੇ ਵਿੱਚ 600 ਤਾਂ ਫਰਸਟ ਓਪਨਿੰਗ ਵਰਕ ਇਨ ਪ੍ਰੋਗਰੈਸ ਵਾਲੇ ਕੰਪਲੀਟ ਹੋਣਗੇ ਤੇ 8200 ਨਵੇਂ ਹੋਣਗੇ। ਇਸ ਤੋਂ ਇਲਾਵਾ ਆਪਾਂ ਨੂੰ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਰੱਖਿਆ ਹੈ 1600 ਯੂਨਿਟਸ ਤੇ ਜਿਹੜਾ ਟੋਟਲ ਮਤਲਬ ਆਪਾਂ ਨੂੰ ਟੋਟਲ ਜਿਹੜੇ ਸਕ੍ਰੈਪ ਦੇ ਰੱਖਿਆ 1200 ਉਹਨਾਂ ਦੇ ਦੋ ਹਿੱਸੇ ਹੋ ਜਾਣਗੇ, ਨਾਰਮਲ ਲਾਸ ਤੇ ਅਬਨੋਰਮਲ ਲਾਸ। ਤਾਂ ਦੇਖੋ ਨਾਰਮਲ ਲਾਸ ਕਿਵੇਂ ਆਊਗਾ। ਟੋਟਲ 11,600 ਯੂਨਿਟਸ ਦੇ ਵਿੱਚੋਂ ਤੁਹਾਡੇ ਕੋਲ 1600 ਯੂਨਿਟ ਹਜੇ ਵੀ ਬਚੇ ਹੋਏ ਪਏ ਆ, ਕਲੋਜ਼ਿੰਗ ਪਏ ਆ। ਤਾਂ ਮੀਨਸ ਟੋਟਲ ਆਊਟਪੁੱਟ ਕਿੰਨੀ ਹੋਈ ਹੈ
10,000 ਇਹਦਾ 10% ਨਾਰਮਲ ਲਾਸ ਹੋਣਾ, ਤਾਂ ਮਤਲਬ ਨਾਰਮਲ ਲਾਸ ਕਿੰਨਾ ਆ ਗਿਆ 1000। ਤੇ ਜੇ ਟੋਟਲ 1200 ਯੂਨਿਟ ਸਕ੍ਰੈਪ ਹੋਏ ਹੁਣ ਉਹਦੇ ਚੋਂ 1000 ਨਾਰਮਲ ਲਾਸ ਹੋਣ ਤਾਂ ਬਾਕੀ 200 ਤੁਹਾਡੇ ਕੋਲ ਐਬਨੋਰਮਲ ਲਾਸ ਰਹਿ ਗਿਆ। ਇਹ ਤੁਹਾਡਾ 11,600 ਕੰਪਲੀਟ ਹੋ ਜਾਂਦਾ ਇਹਦੇ ਨਾਲ। ਓਪਨਿੰਗ ਸਟਾਕ 600, ਨਾਰਮਲ ਲਾਸ 1000, ਐਬਨੋਰਮਲ ਲਾਸ 200, ਫਿਨਿਸ਼ ਪ੍ਰੋਡਕਸ਼ਨ 8200 ਐਂਡ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ 1600 ਯੂਨਿਟਸ। ਤਾਂ ਇਹਨਾਂ ਨੂੰ ਹੁਣ ਆਪਾਂ ਅੱਗੋਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਕਨਵਰਟ ਕਰਾਂਗੇ। ਤਾਂ ਦੇਖੋ ਹੁਣ ਜਿਹੜਾ ਦੋ ਤਰ੍ਹਾਂ ਦੇ ਮਟੀਰੀਅਲ ਦੀ ਗੱਲ ਹੋ ਰਹੀ ਹੈ, ਮਟੀਰੀਅਲ 1 ਐਂਡ ਮਟੀਰੀਅਲ 2। ਮਟੀਰੀਅਲ 1 ਉਹ ਮਟੀਰੀਅਲ ਹੈ ਜਿਹੜਾ ਕਿ ਪ੍ਰੋਸੈਸ 1 ਤੋਂ ਕੰਪਲੀਟ ਹੋ ਕੇ ਆਇਆ ਹੈ। ਮਟੀਰੀਅਲ 2 ਉਹ ਵਾਲਾ ਮਟੀਰੀਅਲ ਹੈ ਜਿਹੜਾ ਇਸ ਪ੍ਰੋਸੈਸ ਦੇ ਵਿੱਚ ਨਵਾਂ ਇੰਟਰੋਡਿਊਸ ਕੀਤਾ। ਤਾਂ ਹੁਣ ਦੇਖੋ ਜਿਹੜੇ ਓਪਨਿੰਗ ਵਰਕ ਇਨ ਪ੍ਰੋਗਰੈਸ ਹੈ, ਜਿਹੜੇ ਪਿਛਲੀ ਪ੍ਰੋਸੈਸ ਦੇ ਕੰਪਲੀਟ ਹੋਣ ਤੋਂ ਦੇ ਟਾਈਮ ਤੁਹਾਡੇ ਕੋਲ ਇਨ ਪ੍ਰੋਸੈਸ ਸੀ, ਤਾਂ ਉਹਨਾਂ ਦੇ ਵਿੱਚ ਇਹ ਜ਼ੂਮ ਕਰਾਂਗੇ ਕਿ 100 ਮਤਲਬ ਆਪਾਂ ਇਹ ਜ਼ੂਮ ਕਰਕੇ ਚੱਲਾਂਗੇ ਕਿ ਜਿਹੜਾ ਮਟੀਰੀਅਲ 1 ਹੈ ਉਹ 100% ਕੰਪਲੀਟ ਹੋਇਆ ਹੈ, 100% ਲੱਗਿਆ ਹੋਇਆ। ਤਾਂ ਜਦੋਂ ਆਪਾਂ ਓਪਨਿੰਗ ਸਟਾਕ ਦੀ ਇਕੁਇਵਲੈਂਟ ਪ੍ਰੋਡਕਸ਼ਨ 'ਚ ਕਨਵਰਟ ਕਰਨਾ ਹੈ ਤਾਂ ਮਟੀਰੀਅਲ 2 ਲਈ ਹੀ ਆਪਾਂ ਦੇਖਾਂਗੇ ਕਿ ਕਿੰਨਾ ਪੈਂਡਿੰਗ ਹੈ। ਤਾਂ ਮਟੀਰੀਅਲ 2 ਬਾਰੇ ਉਹਨਾਂ ਨੇ ਦੱਸਿਆ ਕਿ 80% ਕੰਪਲੀਟ ਹੈ, ਤਾਂ ਮੀਨਸ 20% ਇਸ ਮੰਥ ਦੇ ਵਿੱਚ ਹੋਊਗਾ। ਐਵੇਂ ਲੇਬਰ ਲਈ 60% ਕੰਪਲੀਟ ਕਿਹਾ ਤਾਂ 40% ਹੁਣ ਹੋ ਜਾਏਗਾ, ਸੇਮ ਵਿਦ ਓਵਰਹੈਡ। ਤਾਂ ਜਦੋਂ ਆਪਾਂ 600 ਯੂਨਿਟਸ ਦੇ ਇਕੁਇਵਲੈਂਟ ਪ੍ਰੋਡਕਸ਼ਨ ਕਰਾਂਗੇ 20% 120, 40% 240, 40% ਓਵਰਹੈਡ ਲਈ ਵੀ 240। ਨਾਰਮਲ ਲਾਸ ਨੂੰ ਆਪਾਂ ਇਕੁਇਵਲੈਂਟ ਪ੍ਰੋਡਕਸ਼ਨ ਦੇ ਵਿੱਚ ਕਨਵਰਟ ਨਹੀਂ ਕਰਨਾ। ਐਬਨੋਰਮਲ ਲਾਸ ਉਹਨਾਂ ਨੇ ਕਿਹਾ ਮਟੀਰੀਅਲ ਲਈ 100% ਤੇ ਲੇਬਰ ਤੇ ਓਵਰਹੈਡ ਲਈ 70%। ਤਾਂ ਇਸ ਤਰ੍ਹਾਂ ਇਹਨਾਂ ਨੂੰ ਕਨਵਰਟ ਕਰ ਲਾਂਗੇ। ਫਿਨਿਸ਼ ਪ੍ਰੋਡਕਸ਼ਨ 100% ਕੰਪਲੀਟ ਹੈ। ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਹੈ ਜਿਹੜਾ ਉਹ ਮਟੀਰੀਅਲ ਲਈ 70% ਦੇ ਲੇਬਰ ਓਵਰਹੈਡ ਲਈ 60% ਕਿਹਾ ਹੈ। ਮਟੀਰੀਅਲ 1 ਇਹਦਾ ਵੀ 100% ਲੈ ਲਾਂਗੇ ਤੇ ਮਟੀਰੀਅਲ 2 ਲਈ 70%, ਲੇਬਰ ਲਈ 60% ਐਂਡ ਓਵਰਹੈਡ ਲਈ ਵੀ 60%। ਤੇ ਇੱਥੋਂ ਆਪਣੇ ਕੋਲ ਇਕੁਇਵਲੈਂਟ ਪ੍ਰੋਡਕਸ਼ਨ ਹੈ ਜਿਹੜੀ ਉਹ ਆ ਜਾਏਗੀ ਟੋਟਲ ਕਰਕੇ। ਉਹ ਇਸ ਇਕੁਇਵਲੈਂਟ ਪ੍ਰੋਡਕਸ਼ਨ ਨੂੰ ਲੈ ਕੇ ਹੁਣ ਅੱਗੇ ਆਪਾਂ ਸਟੇਟਮੈਂਟ ਆਫ ਕਾਸਟ ਬਣਾਵਾਂਗੇ, ਮਤਲਬ ਪਰ ਯੂਨਿਟ ਕਾਸਟ ਆਪਾਂ ਕੈਲਕੂਲੇਟ ਕਰਨੀ ਹੈ। ਤਾਂ ਇਹਦੇ 'ਚ ਦੇਖੋ ਮਟੀਰੀਅਲ 1 ਪਿਛਲੀ ਪ੍ਰੋਸੈਸ 'ਚੋਂ ਆਇਆ 5500 ਦਾ, ਉਹਦੇ 'ਚੋਂ ਆਪਾਂ ਨਾਰਮਲ ਲਾਸ ਦੀ ਸਕ੍ਰੈਪ ਵੈਲਿਊ ਮਾਈਨਸ ਕਰ ਦਾਂਗੇ। 5000 ਇਹਦੀ ਕਾਸਟ ਹੈ। ਮਟੀਰੀਅਲ 2 ਜਿਹੜਾ ਇਸ ਪ੍ਰੋਸੈਸ 'ਚ ਐਡ ਹੋਇਆ 2410 ਰੁਪਏ। ਡਾਇਰੈਕਟ ਲੇਬਰ ਦਿੱਤੀ ਹੈ, ਡਾਇਰੈਕਟ ਮਤਲਬ ਓਵਰਹੈਡ ਦਿੱਤੇ ਹੈ। ਤਾਂ ਇਕੁਇਵਲੈਂਟ ਪ੍ਰੋਡਕਸ਼ਨ ਆਪਾਂ ਕੈਲਕੂਲੇਟ ਕੀਤੀ ਹੋਈ ਹੈ, ਉਹਦੇ ਨਾਲ ਡਿਵਾਈਡ ਕਰਕੇ ਆਪਣੇ ਕੋਲ ਪਰ ਯੂਨਿਟ ਕਾਸਟ ਆ ਜਾਏਗੀ। ਇਸ ਪਰ ਯੂਨਿਟ ਕਾਸਟ ਨੂੰ ਅੱਗੇ ਯੂਜ਼ ਕਰਾਂਗੇ ਸਟੇਟਮੈਂਟ ਆਫ ਇਵੈਲੂਏਸ਼ਨ ਦੇ ਵਿੱਚ। ਤਾਂ ਓਪਨਿੰਗ ਸਟਾਕ ਜਿਹੜਾ ਹੈ ਮਟੀਰੀਅਲ 1 ਉਹਦਾ ਨਹੀਂ ਹੈ। ਮਟੀਰੀਅਲ 2 ਦੇ ਇਸ ਵਾਰ ਦੀ ਇਕੁਇਵਲੈਂਟ ਪ੍ਰੋਡਕਸ਼ਨ 120 ਹੈ ਤੇ ਉਹਦੀ ਪਰ ਯੂਨਿਟ ਕਾਸਟ 0.25 ਹੈ। ਮਲਟੀਪਲਾਈ ਕਰਕੇ ਤੁਸੀਂ ਟੋਟਲ ਕਾਸਟ ਕੱਢ ਲਓਗੇ। ਲੇਬਰ ਦੀ ਇਕੁਇਵਲੈਂਟ ਯੂਨਿਟਸ 240 ਹੈ, ਲੇਬਰ ਦੀ ਪਰ ਯੂਨਿਟ ਕਾਸਟ 0.75 ਹੈ, ਮਲਟੀਪਲਾਈ ਕਰਕੇ ਕਾਸਟ ਆ ਜਾਏਗੀ। ਸੇਮ ਵੇ ਓਵਰਹੈਡ ਦੀ ਇਕੁਇਵਲੈਂਟ ਪ੍ਰੋਡਕਸ਼ਨ 240 ਹੈ ਤੇ ਪਰ ਯੂਨਿਟ ਕਾਸਟ 1 ਹੈ, ਟੋਟਲ ਕਾਸਟ 240। ਤਾਂ ਓਪਨਿੰਗ ਸਟਾਕ ਦੀ ਜਿਹੜੀ ਟੋਟਲ ਕਾਸਟ ਹੈ ਉਹ 150 ਰੁਪਏ ਆ ਗਈ। ਹੁਣ ਐਬਨੋਰਮਲ ਲਾਸ ਇਹਨਾਂ ਦੇ ਵੀ ਆਪਾਂ ਇਕੁਇਵਲੈਂਟ ਯੂਨਿਟਸ ਕੱਢੇ ਹੋਏ ਆ, ਮਟੀਰੀਅਲ 1 ਦੇ, ਮਟੀਰੀਅਲ 2 ਦੇ, ਲੇਬਰ ਦੇ ਤੇ ਓਵਰਹੈਡ ਦੇ। ਮਲਟੀਪਲਾਈ ਕਰਕੇ ਆਪਾਂ ਪਰ ਯੂਨਿਟ ਕਾਸਟ ਦੇ ਨਾਲ ਇਹਨਾਂ ਦੀ ਟੋਟਲ ਕਾਸਟ ਕੱਢ ਲਾਂਗੇ। ਐਵੇਂ ਫਿਨਿਸ਼ ਪ੍ਰੋਡਕਸ਼ਨ 8200 ਯੂਨਿਟਸ ਹੈ ਤੇ ਟੋਟਲ ਕਾਸਟ 2.50 ਹੈ। ਮਲਟੀਪਲਾਈ ਕਰਕੇ ਤੁਹਾਡੇ ਕੋਲ ਫਿਨਿਸ਼ ਪ੍ਰੋਡਕਸ਼ਨ ਦੀ ਕਾਸਟ ਆ ਜਾਏਗੀ। ਕਲੋਜ਼ਿੰਗ ਵਰਕ ਇਨ ਪ੍ਰੋਗਰੈਸ ਦੇ ਵੀ ਆਪਾਂ ਇਕੁਇਵਲੈਂਟ ਯੂਨਿਟਸ ਆਪਾਂ ਨੂੰ ਪਤਾ ਹੈ, ਪਰ ਯੂਨਿਟ ਕਾਸਟ ਪਤਾ ਹੈ, ਮਲਟੀਪਲਾਈ ਕਰਕੇ ਕੱਢ ਲਾਂਗੇ। ਇਹ ਸਾਰੀਆਂ ਫਿਗਰਸ ਆਪਾਂ ਪ੍ਰੋਸੈਸ 2 ਦੇ ਵਿੱਚ ਟ੍ਰਾਂਸਫਰ ਕਰ ਲਾਂਗੇ। ਬੈਲੈਂਸ ਬ੍ਰੌਟ ਡਾਊਨ ਵਰਕ ਇਨ ਪ੍ਰੋਗਰੈਸ ਦਾ ਓਪਨਿੰਗ ਦਿੱਤਾ ਹੋਇਆ 600, 1050। ਪ੍ਰੋਸੈਸ 1 ਦਾ ਇਨਪੁਟ ਹੈ ਜਿਹੜਾ ਪ੍ਰੋਸੈਸ 1 ਤੋਂ ਆਇਆ 11000, ਉਹਦੀ ਵੈਲਿਊ 5500। ਪ੍ਰੋਸੈਸ 2 ਦਾ ਮਟੀਰੀਅਲ 2410, ਡਾਇਰੈਕਟ ਲੇਬਰ, ਓਵਰਹੈਡ, ਇਹ ਸਾਰੀਆਂ ਚੀਜ਼ਾਂ ਡੈਬਿਟ ਸਾਈਡ ਤੇ ਪੈ ਜਾਣਗੀਆਂ। ਕ੍ਰੈਡਿਟ ਸਾਈਡ ਤੇ ਨਾਰਮਲ ਲਾਸ ਹੈ 1000 ਦਾ, 1000 ਯੂਨਿਟਸ ਆ ਜਿਨ੍ਹਾਂ ਦੀ ਰਿਲਾਈਜ਼ੇਬਲ ਵੈਲਿਊ 500 ਹੈ, ਉਹ ਪੈ ਜਾਏਗੀ। ਐਬਨੋਰਮਲ ਲਾਸ 200 ਯੂਨਿਟਸ ਹੈ, ਉਹਨਾਂ ਦੀ ਆਪਾਂ ਵੈਲਿਊ ਕੈਲਕੂਲੇਟ ਕੀਤੀ ਹੈ ਉੱਪਰ 385। ਪ੍ਰੋਸੈਸ 3 ਨੂੰ 8200 ਯੂਨਿਟਸ ਹੈ ਜਿਹੜੀਆਂ ਉਹ ਟ੍ਰਾਂਸਫਰ ਹੋਣੀਆਂ ਹੈ, ਮਤਲਬ ਟੋਟਲ 8800 ਯੂਨਿਟਸ ਟ੍ਰਾਂਸਫਰ ਹੋਣੀਆਂ, ਜਿਹਦੇ ਵਿੱਚੋਂ 8200 ਯੂਨਿਟਸ ਇਸ ਵਾਰ ਵਾਲੀਆਂ ਜਿਨ੍ਹਾਂ ਦੀ ਕਾਸਟ 2.50 ਹੈ। 600 ਯੂਨਿਟ ਪਿਛਲੀ ਪ੍ਰੋਸੈਸ ਵਾਲੇ ਹੈ। 600 ਯੂਨਿਟ ਜਿਹੜੇ ਪਿਛਲੀ ਪ੍ਰੋਸੈਸ ਵਾਲੇ ਹੈ ਉਹਨਾਂ ਦੇ ਉੱਪਰ ਇਸ ਵਾਰ ਆਪਾਂ 450 ਰੁਪਏ ਇਨਕਰ ਕੀਤਾ ਤੇ 1050 ਰੁਪਏ ਉਹਨਾਂ ਦੇ ਪਿਛਲੀ ਪ੍ਰੋਸੈਸ ਦੇ ਵਿੱਚ ਉਹਨਾਂ ਤੇ ਖਰਚ ਹੋਇਆ ਸੀ। ਤਾਂ ਟੋਟਲ ਇਹ ਵੈਲਿਊ 1500 ਰੁਪਏ ਬਣ ਜਾਂਦੀ ਹੈ। ਤਾਂ ਜਿਹੜੇ ਪ੍ਰੋਸੈਸ 3 ਦੇ ਵਿੱਚ ਟੋਟਲ ਟ੍ਰਾਂਸਫਰ ਹੋਣਾ ਹੈ ਉਹ ਹੈ 20500 ਪਲੱਸ 1500, 22000 ਰੁਪਇਆ। ਤੇ ਕਲੋਜ਼ਿੰਗ ਵਰਕ ਇਨ ਪ੍ਰੋਗਰੈਸ 1600, ਉਹਨਾਂ ਦੀ ਵੈਲਿਊ ਆਪਾਂ ਕੈਲਕੂਲੇਟ ਕੀਤੀ ਹੈ 2760 ਰੁਪਏ।
ਦੋਨੋਂ ਚੀਜ਼ਾਂ ਜਿਹੜੀਆਂ ਹੈ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਟੋਟਲ ਕਰਕੇ ਤੁਹਾਡੇ ਕੋਲ ਪ੍ਰੋਸੈਸ ਅਕਾਊਂਟ ਬੈਲੈਂਸ ਹੋ ਜਾਊਗਾ। ਇਸ ਟੌਪਿਕ ਦੇ ਨਾਲ ਹੀ ਆਪਣਾ ਪ੍ਰੋਸੈਸ ਕਾਸਟਿੰਗ ਖਤਮ ਹੁੰਦਾ ਹੈ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।